बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को फार्मिंग टिप्स यूट्यूब चैनल में खुशामदीद। दोस्तों, इस वक्त बाबर डोगर साहब के भैंसों के फार्म पर मौजूद हूँ। माशाल्लाह 70 के करीब जानवर हैं। बाबर साहब 35-40 साल से भैंसों का कारोबार बड़ी कामयाबी के साथ कर रहे हैं। 10 जानवरों से इन्होंने ये काम शुरू किया और अब 70 जानवर हैं। तो आज की इस वीडियो में बाबर साहब से इनके फार्म और भैंसों के कारोबार के हवाले से एक तफसीली इंटरव्यू किया जाएगा। इस वक्त सुबह का टाइम है तो फार्म पे इतनी ज़्यादा सफाई नहीं, तो आपसे गुजारिश है कि सफाई के हवाले से तनकीद मत कीजिए। बाबर साहब काफ़ी तजर्बाकार जो फार्मर हैं, तो जानवरों के कारोबार के हवाले से बड़ी मुफीद, अहम और मालूमाती गुफ्तगू करेंगे। वीडियो को मुकम्मल लाजमी देखें, इंशाअल्लाह अज़्वजल फ़ायदा ज़रूर होगा। दोस्तों, इनके फार्म की खास बात यह है कि ये रोज़ाना 50 जानवरों से 15 मन यानी 600 किलो दूध हासिल कर रहे हैं, यानी एवरेज फी जानवर 12 किलो दूध दे रहा है। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम जी भाजी। अंकल जी की हाल है? ठीक अल्हम्दुलिल्लाह जी, अल्लाह का शुक्र। सब तो पहले अपना नाम दस दियो। मेरा नाम ज़हीरुद्दीन बाबर डोगर। ए सर, तुसी किन्ने साल तू जानवरां दा काम करदे हो पे? 35 ਤੋਂ 40 ਸਾਲ ਤੋਂ। माशाल्लाह 35-40 साल ਦਾ तजर्बा कैसा रहा है? काम विच फायदा है या कि नुकसान है? फायदा है। इस टाइम किन्ने जानवर ने? इस टाइम 80 जानवर। माशाल्लाह किन्नियां मज्जां ने? 48 मज्जां ने। कुछ गावां भी ने? 10 गाइयां। यानी 10 गाइयां ते 48 मज्जां ने। हाँ जी। तुसी जदों ਇਹ ਕੰਮ ਸ਼ੁਰੂ ਕੀਤਾ ਸੀ ਕਿੰਨੇ ਜਾਨਵਰਾਂ ਤੋਂ ਸ਼ੁਰੂ ਕੀਤਾ ਸੀ? 9 10 ਤੋਂ। माशाल्लाह इस टाइम अल्लाह पाक ने इन्ना इजाफा पाया है। ਇਹ ਜਿਹੜਾ 35-40 ਸਾਲ ਦਾ ਅਰਸਾ ਹੈ, ਕੁਝ ਜਾਨਵਰ ਖਰੀਦੇ ਕਿ ਉਹ ਜਾਨਵਰਾਂ ਤੋਂ ਅੱਗੇ ਨਸਲ ਵੱਧ ਗਈ ਜਿਹੜੇ ਪਹਿਲੇ ਜਾਨਵਰਾਂ ਤੋਂ ਵੀ ਨਸਲ ਅੱਗੇ ਵਧੀ ਹੈ, ਖਰੀਦਿਆ ਵੀ ਇਹ ਮਾਲ ਵਿੱਚ। ਠੀਕ ਹੈ। ਤੁਹਾਡੇ ਕੰਮ ਵਿੱਚ ਕੋਈ ਮਸਲੇ ਮਸਾਇਲ ਵੀ ਹੁੰਦੇ ਨੇ? ਕੋਈ ਮਸਲਾ ਮਸਾਇਲ ਨਹੀਂ। ਲੇਬਰ ਦਾ ਕੋਈ ਮਸਲਾ ਨਹੀਂ? ਸਾਨੂੰ ਤਾਂ ਕੋਈ ਮੁਸ਼ਕਲ ਪੇਸ਼ ਨਹੀਂ। ਕੀ ਵਜ੍ਹਾ ਹੈ ਕਿ ਕੁਝ ਲੋਕ ਕਹਿੰਦੇ ਨੇ ਕਿ ਮੁਲਾਜ਼ਮ ਨਹੀਂ ਟਿਕਦੇ? ਤੁਹਾਡੇ ਨਾਲ ਮੁਲਾਜ਼ਮਾਂ ਨੂੰ ਤੰਗ ਕਰਦੇ ਨੇ, ਤਨਖਾਹਾਂ ਘੱਟ ਦਿੰਦੇ ਨੇ, ਉਹਦੀ ਵਜ੍ਹਾ ਤੋਂ ਮੁਲਾਜ਼ਮ ਟਿਕਦੇ ਨਹੀਂ। ਜਿਹਨੂੰ ਤਨਖਾਹ ਪੂਰੀ ਮਿਲੇ ਉਹ ਜਾਂਦਾ ਹੀ ਨਹੀਂ ਵਿਚਾਰਾ। ਅੱਛਾ, ਹਾਂਜੀ ਠੀਕ ਹੈ। ਕੁਝ ਲੋਕ ਕਹਿੰਦੇ ਨੇ ਕਿ ਤਨਖਾਹ ਵੀ ਅੱਛੀ ਦਿੰਦੇ ਆ ਫਿਰ ਵੀ ਮਸਲਾ ਬਣ ਜਾਂਦਾ, ਉਹ ਕੀ ਵਜ੍ਹਾ ਹੁੰਦੀ ਹੈ? ਉਹ ਗਾਲਾਂ ਕੱਢਦੇ ਨੇ। ਖੁਸ਼ ਰੱਖਣ ਦਾ ਕੋਈ ਤਰੀਕਾ ਹੈ ਇਹਨਾਂ ਨੂੰ? ਹੈ ਵੇ। ਕਿਹੜਾ ਤਰੀਕਾ ਹੈ? ਜਦੋਂ ਉਹਨਾਂ ਦਾ ਘਰ ਪੂਰਾ ਕਰੀਏ, ਉਹਨਾਂ ਦੇ ਬੱਚਿਆਂ ਨੂੰ ਚੰਗਾ ਸਮਝੀਏ, ਆਪਣੇ ਬੱਚਿਆਂ ਵਰਗਾ ਸਮਝੀਏ, ਕੱਪੜਾ ਟਾਕੀ ਲੈ ਦਈਏ, ਈਦ ਸ਼ਬਰਾਤ ਦਈਏ, ਤੇ ਉਹਨਾਂ ਨੇ ਜ਼ਾਹਰੀ ਗੱਲ ਸਾਡਾ ਕੰਮ ਵੀ ਚੰਗਾ ਕਰਨਾ ਤੇ ਨੱਸਣਾ ਵੀ ਨਹੀਂ। ਠੀਕ ਹੈ। ਮੱਝਾਂ ਕਿਹੜੀ ਨਸਲ ਦੀਆਂ ਰੱਖੀਆਂ ਜੇ? ਅਕਾੜੇ ਦੀਆਂ ਵੀ ਮੱਝਾਂ ਨੇ ਤੇ ਨੀਲੀ ਰਾਵੀ ਦੀਆਂ ਨੇ। ਸਭ ਤੋਂ ਚੰਗੀ ਨਸਲ ਕਿਹੜੀ ਹੈ? ਨੀਲੀ ਰਾਵੀ ਦੀ। ਨੀਲੀ ਰਾਵੀ ਚੰਗੀ ਹੈ। ਹਾਂਜੀ। ਉਹ ਕਾੜੇ ਤੇ ਨੀਲੀ ਰਾਵੀ ਦੀ ਕੀ ਪਹਿਚਾਣ ਹੈ? ਆਮ ਬੰਦੇ ਨੂੰ ਕਿੰਜ ਪਤਾ ਲੱਗੇਦਾ ਇਹ ਮੱਝ ਨੀਲੀ ਦੀ ਹੈ ਤੇ ਇਹ ਮੱਝ ਉਹ ਕਾੜੇ ਦੀ ਹੈ? ਕਾੜੇ ਦੀ ਮੱਝ ਦਾ ਸਿਰ ਭਾਰਾ ਹੈ ਤੇ ਸਿੰਘ ਮੋਟੇ ਨੇ। ਅੱਛਾ। ਨੀਲੀ ਰਾਵੀ ਦੀ ਮੱਝ ਜਿਹੜੀ ਉਹਦੇ ਸਿਰ ਤੇ ਜਿਹੜੇ ਸਿੰਘ ਨੇ ਉਹ ਖੜੇ ਕੁੰਡੇ ਨੇ ਤੇ ਪਿੱਛਾ ਭਾਰਾ। ਅੱਛਾ। ਉਹ ਪਛਾਣ ਹੋ ਜਾਂਦੀ ਹੈ ਬੰਦਿਆਂ ਨੂੰ। ਤੇ ਜਿਹੜੀ ਨੀਲੀ ਦੀ ਮੱਝ ਉਹਦਾ ਮੂੰਹ ਛੋਟਾ ਹੁੰਦਾ ਹੈ? ਉਹਦਾ ਮੂੰਹ ਛੋਟਾ ਹੁੰਦਾ। ਇਸ ਤੋਂ ਇਲਾਵਾ ਹੋਰ ਕੀ ਪਹਿਚਾਣ ਹੈ ਨੀਲੀ ਦੀ ਮੱਝ ਦੀ? ਉਹਦਾ ਪਿੱਛਾ ਚੌੜਾ ਹੁੰਦਾ ਹੈ, ਮਹੀਂ ਦਾ ਥਣ ਵਾਨਾ ਸੋਹਣਾ ਹੁੰਦਾ ਹੈ, ਪਿੱਛੋਂ ਮੈਂ ਭਾਰੀ ਹੁੰਦੀ ਹੈ। ਤੇ ਜਿਹੜੀ ਉਹਦੀ ਚਮੜੀ ਹੈ ਜਿਲਦ ਉਹ ਕੈਸੀ? ਬਰੀਕ ਹੁੰਦੀ ਹੈ। ਬਰੀਕ ਹੁੰਦੀ ਹੈ। ਹਾਂਜੀ। ਠੀਕ ਹੈ। ਜਿਹੜੀ ਨੀਲੀ ਦੀ ਚੰਗੀ ਮੱਝ ਉਹ ਕਿੰਨਾ ਦੁੱਧ ਦਿਹਾੜਦੀ ਹੈ? 23 ਸਿਰ 24 ਸਿਰ 23 ਸਿਰ 24 ਸਿਰ ਦੁੱਧ ਮਹੀਂ ਕਰਦੀ। ਤੇ ਜਿਹੜੀ ਉਹ ਕਾੜੇ ਦੀ ਹੈ? ਇਹ ਵੀ ਮੈਂ 18-19 ਸਿਰ ਦੁੱਧ ਪਈ ਕਰਦੀ ਹੈ। ਜਾਨਵਰ ਮੰਡੀ ਵਿੱਚੋਂ ਅੱਛੇ ਮਿਲਦੇ ਨੇ ਜਾਂ ਪਿੰਡਾਂ ਵਿੱਚ ਫਿਰ ਕੇ ਘਰਾਂ ਪਿੰਡਾਂ 'ਚੋਂ ਫਿਰ ਕੇ ਚੰਗੇ ਜਾਨਵਰ ਮਿਲਦੇ? ਤੁਸੀਂ ਪਿੰਡਾਂ 'ਚੋਂ ਖਰੀਦਦੇ ਜਾਂ ਮੰਡੀ 'ਚੋਂ ਖਰੀਦਦੇ? ਅਸੀਂ ਪਿੰਡਾਂ 'ਚ ਵੀ ਤੁਰ ਜਾਂਦੇ ਆ, ਮੰਡੀ 'ਚ ਵੀ ਤੁਰ ਜਾਂਦੇ ਆ। ਮੰਡੀ 'ਚ ਵੀ ਲੋਕ ਵਾਕਫ ਹੁੰਦੇ ਨੇ। ਅੱਛਾ। ਮੁਖਤਲਿਫ ਲੋਕ ਵਾਕਫ ਨੇ, ਉਹਨਾਂ ਕੋਲੋਂ ਮਾਲ ਲਈਦਾ। ਠੀਕ ਹੈ। ਜਦੋਂ ਤੁਸੀਂ ਮੱਝ ਖਰੀਦਦੇ ਹੋ ਕਿਹੜੀ ਕਿਹੜੀ ਉਹਦੀ ਚੀਜ਼ ਜਾਂ ਹੋਬੀ ਵੇਖ ਕੇ ਤੁਸੀਂ ਮੱਝ ਲੈਂਦੇ ਹੋ? ਮੈਂ ਤੇ ਥਣ ਵੇਖਨੇ ਆ। ਅੱਛਾ। ਉਹਦਾ ਜਿਸਮ ਵੇਖੀਦਾ ਕਿ ਮੈਂ ਚੰਗੀ ਹੈ, ਬਰੀਕ ਹੈ, ਥਣ ਛਣ ਸਿੱਧੇ ਪੱਧਰੇ ਹੋਣ। ਠੀਕ ਹੈ। ਮੱਝ ਲਿੱਲੀ ਦੀ ਹੈ ਅੱਲਾ ਇਸ ਪੁਰਦ। ਠੀਕ ਹੈ। ਮਾਸ਼ਾਅੱਲਾ ਇਸ ਟਾਈਮ ਜਿਹੜੀ ਸਭ ਤੋਂ ਚੰਗੀ ਮੱਝ ਉਹ ਕਿੰਨਾ ਦੁੱਧ ਦੇ ਰਹੀ ਹੈ? 22 ਤੋਂ 23 ਸਿਰ। ਇਹ ਜਿਹੜੀ ਮੱਝ 22-23 ਸਿਰ ਦੁੱਧ ਦਿੰਦੀ ਸਰ, ਬੜੀ ਅੱਛੀ ਮਿਕਦਾਰ ਹੈ। ਹਾਂਜੀ। ਤੇ 22-23 ਸਿਰ ਦੁੱਧ ਕਹਿਣ ਨੂੰ ਵੇ ਤੁਸੀਂ ਇਹ ਜਿਹੜੀ ਮੱਝ ਹੈ ਇਹਨੂੰ ਕੋਈ ਖਾਸ ਚੀਜ਼ ਪਾਉਂਦੇ ਹੋ ਕਿ ਜਿਹੜੀ ਦੂਸਰੇ ਜਾਨਵਰਾਂ ਨੂੰ ਪਾਉਂਦੇ ਹੋ ਖੁਰਾਕ ਵਗੈਰਾ ਉਹੀ ਦੇ ਰਹੇ ਹੋ? ਅਸੀਂ ਸਾਰੇ ਮਾਲ ਨੂੰ ਇੱਕ ਹੀ ਖੁਰਾਕ ਪਾਉਂਦੇ ਆ, ਇੱਕੋ ਥਾਂ ਵੰਡਾ ਕਰਨੇ ਤੇ ਇੱਕੋ ਥਾਂ ਪਾਉਂਦੇ ਆ। ਬਾਕੀ ਅਸੀਂ ਸਾਰੇ ਆਪਣੇ ਜ਼ਿਲ੍ਹੇ ਨਾਲੋਂ ਬਹੁਤੀ ਸੇਵਾ ਕਰਨੇ ਆਪਣੇ ਵੱਲੋਂ। ਇਹ ਜਿਹੜੀ ਤੁਹਾਡੀ ਮੱਝ 22-23 ਸਿਰ ਦੁੱਧ ਦਿੰਦੀ ਹੈ, ਇਹ ਨਸਲ ਦੀ ਵਜ੍ਹਾ ਤੋਂ ਹੈ ਜਾਂ ਕਿ ਕੋਈ ਇਹਦੀ ਖਾਸ ਸੇਵਾ ਹੈ? ਨਹੀਂ, ਨਸਲ ਦੀ ਵਜ੍ਹਾ ਤੋਂ ਵੀ ਤੇ ਸੇਵਾ ਵੀ। ਕਿਹੜੀ ਨਸਲ ਦੀ ਹੈ? ਇਹ ਨੀਲੀ ਦੀ ਮੱਝ। ਨੀਲੀ ਦੀ ਮੱਝ? ਹਾਂਜੀ। ਠੀਕ ਹੈ।
ਕਿਹੜੇ ਸੂਏ ਵਾਲੀ ਮੱਝ ਬਿਹਤਰ ਰਹਿੰਦੀ ਹੈ? ਦੂਸਰੇ ਸੂਏ ਵਾਲੀ। ਦੂਸਰੇ ਸੂਏ ਵਾਲੀ ਜੀ। ਜ਼ਬਰਦਸਤ ਹੋ ਗਿਆ। ਅੱਜ ਕੱਲ ਚੰਗੀ ਮੱਝ ਕਿੰਨੇ ਦੀ ਮਿਲ ਜਾਂਦੀ ਹੈ? 2 ਲੱਖ, ਸਵਾ 2 ਲੱਖ। ਠੀਕ ਹੈ। ਅੱਛਾ, ਆਧਾਰ ਵਾਲੇ ਜਿਹੜੇ ਨੇ ਉਹ 5 ਲੱਖ ਦੀ ਵੀ ਲੈ ਲੈਂਦੇ ਨੇ। ਅੱਛਾ, ਹਾਂਜੀ। ਯਾਨੀ ਕਿਸ਼ਤਾਂ ਤੇ ਮਿਲ ਜਾਂਦੀ ਹੈ? ਕਿਸ਼ਤਾਂ ਤੇ ਵੀ ਮਿਲ ਜਾਂਦੀ। ਕੰਮ ਹੀ ਲੋਕਾਂ ਨੇ ਕਿਸ਼ਤਾਂ ਦਾ ਰੰਭਿਆ, ਹੋਰ ਕੰਮ ਹੀ ਲੋਕਾਂ ਨੂੰ ਕੋਈ ਨਹੀਂ। ਕਿਸ਼ਤਾਂ ਤੇ ਤੁਹਾਡਾ ਕੀ ਖਿਆਲ ਹੈ, ਲੈਣੀ ਚਾਹੀਦੀ ਕਿ ਨਹੀਂ? ਮਰਨਾ ਹੀ ਹੈ, ਜਿੰਨੇ ਕਿਸ਼ਤਾਂ ਤੇ ਲੈਣੀ ਹੈ ਮਰਨਾ ਹੀ ਹੈ। 1 2 4 ਮੱਝਾਂ ਹੋਣੀਆਂ, ਮਰ ਜਾਏਗਾ, ਉਹਨੇ ਬਚਣਾ ਹੀ ਨਹੀਂ। ਅੱਛਾ, ਯਾਨੀ ਕਿ ਕੰਮ ਭਾਵੇਂ ਬੰਦਾ ਥੋੜਾ ਕਰ ਲੈ ਨਗਦ। ਹਾਂਜੀ, ਠੀਕ ਹੋ ਗਿਆ। 70 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਜੇ? 10 ਕਿੱਲੇ ਹੋਣ ਪੱਠੇ ਤੇ ਬੇਬਾਰ, ਮੁੱਕਦੇ ਨਹੀਂ ਮਾਲ ਕੋ। ਠੀਕ ਹੈ। ਆ ਜਿਹੜਾ ਤੁਹਾਡਾ ਫਾਰਮ ਹੈ ਟੋਟਲ ਕਿੰਨਾ ਏਰੀਆ ਹੈ? 6 ਕਨਾਲਾਂ ਥਾਂ। ਟੋਟਲ 6 ਕਨਾਲ ਹੈ। ਹਾਂਜੀ। ਇਹ ਸਾਹਮਣੇ ਸ਼ੈੱਡ ਨਜ਼ਰ ਆ ਰਿਹਾ ਹੈ, ਸ਼ੈੱਡ ਕਿੰਨੇ ਮਰਲੇ ਵਿੱਚ ਹੈ? ਇਹ 11 ਮਰਲਿਆਂ ਚ। ਜਾਨਵਰ ਸਾਰੇ ਇੱਥੇ ਹੀ ਬੰਨਦੇ ਹੋ ਸਰਦੀਆਂ ਵਿੱਚ? ਨਹੀਂ, ਉਹ ਉਧਰ ਵੀ ਬੰਨਦੇ। ਉਹ ਸਾਹਮਣੇ? ਹਾਂਜੀ। ਠੀਕ ਹੈ। ਉਹ ਕਿੰਨੇ ਮਰਲੇ ਚ ਵੇ? ਉਹ ਹੋਣਾ 4 ਚ। 4 ਮਰਲੇ ਉਹ ਤੇ 11 ਮਰਲੇ ਹੈ। ਹਾਂਜੀ। ਇਹ ਜਿਹੜਾ 11 ਮਰਲੇ ਦਾ ਸ਼ੈੱਡ ਇਹਦੇ ਵਿੱਚ ਕਿੰਨੇ ਜਾਨਵਰ ਆਈ ਜਾਂਦੇ ਨੇ? ਇਹਦੇ ਚ ਬੰਨ ਲੈਨੇ ਆ ਕੋਈ 50 ਜਾਨਵਰ। 50 ਜਾਨਵਰ? ਹਾਂਜੀ। ਸਾਨੀ ਨਾਲ? ਸਾਨੀ ਨਾਲ। ਤੇ ਉਹ ਜਿਹੜਾ 4 ਮਰਲੇ ਦਾ ਦੱਸਿਆ ਤਰੀਕ ਕਰ ਲਈਆਂ। ਤਰੀਕ? ਹਾਂਜੀ। ਠੀਕ ਹੋ ਗਿਆ। ਤੁਸੀਂ ਆਪਣੇ ਜਾਨਵਰਾਂ ਦੀ ਰੋਜ਼ਾਨਾ ਦੀ ਕੀ ਰੂਟੀਨ ਰੱਖੀ ਏ? ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ? ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜਿਹੜੀ ਰੂਟੀਨ ਹੈ ਉਹਦੇ ਬਾਰੇ ਚ ਦੱਸੋ। ਸਵੇਰ ਤੋਂ ਸ਼ਾਮ ਤੱਕ 2 ਵਡੇਵਿਆਂ ਦੀ ਖਲ ਦੇ ਤੋੜੇ ਪਾਣੇ ਆ ਸਾਰੇ ਜਾਨਵਰਾਂ ਨੂੰ? ਸਾਰੇ ਜਾਨਵਰਾਂ ਨੂੰ। ਤੇ 2.5 ਮਣ ਦਲੀਆ ਕਣਕ ਦਾ। ਅੱਛਾ। 1 ਤੋੜਾ ਕਰੇ ਦਾ ਤੇ 30 ਕਿਲੋ ਕੌੜੀ ਖਾਲ, 10 ਕਿਲੋ ਸਿਰਫ ਚੋਖਰ। ਅਸੀਂ ਚੋਖਰ ਇਸਤੇਮਾਲ ਹੀ ਘੱਟ ਕਰਨੇ ਆ। 12 ਮਹੀਨੇ ਚੋਖਰ ਘੱਟ ਇਸਤੇਮਾਲ ਕਰਦੇ? ਚੋਖਰ ਨਹੀਂ ਪਾਉਂਦੇ। ਸਬਜ਼ ਚਾਰਾ ਕੀ ਪਾ ਰਹੇ ਹੋ ਉਹਨਾਂ ਨੂੰ? ਸਬਜ਼ ਚਾਰਾ ਮਕਈ ਤੇ ਚਰੀ ਹੈ। ਮਕਈ ਤੇ ਚਰੀ? ਹਾਂਜੀ। ਉਹਦੇ ਵਿੱਚ ਤੂੜੀ ਮਿਕਸ ਕਰਦੇ ਹੋ ਕਿ ਸਿਰਫ ਮਕਈ ਤੇ ਚਰੀ? ਨਹੀਂ, ਕਰਨੇ ਆ। ਠੀਕ ਹੈ। ਤੇ ਚੁਆਈ ਕਿਸ ਟਾਈਮ ਕਰਦੇ ਹੋ? ਚੁਆਈ ਮਗਰਬ ਦੀ ਅਜ਼ਾਨ ਵੇਲੇ ਸ਼ਾਮ ਨੂੰ, ਸਵੇਰ 4 ਵਜੇ ਤੋਂ ਸ਼ੁਰੂ। ਠੀਕ ਹੈ। ਸਵੇਰ 4 ਵਜੇ ਉਧਰ ਮਗਰਬ ਦੀ ਅਜ਼ਾਨ ਵੇਲੇ? ਉਧਰ ਮਗਰਬ ਦੀ ਅਜ਼ਾਨ। ਠੀਕ ਹੈ। ਇਹ ਦੱਸੋ ਇੱਕ ਜਾਨਵਰ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ ਹੈ? ਇੱਕ ਜਾਨਵਰ ਤੇ ਰੋਜ਼ਾਨਾ ਦਾ 500 ਰੁਪਏ ਖਰਚਾ ਆ ਜਾਂਦਾ। 500 ਖਰਚਾ ਆ ਜਾਂਦਾ? ਕੁਛ ਮੱਝਾਂ ਗੱਬਣ ਹੁੰਦੀਆਂ ਨੇ, ਕੁਛ ਫੰਡਰ ਹੁੰਦੀਆਂ ਨੇ। ਹਾਂਜੀ। ਕੁਛ ਜਾਨਵਰ ਹੁੰਦੇ ਨੇ ਜਿਹੜੇ ਸਜਰੇ ਸੂਏ ਹੁੰਦੇ ਨੇ। ਹਾਂਜੀ ਹਾਂਜੀ। ਇਹਨਾਂ ਦੀ ਖੁਰਾਕ ਵਿੱਚ ਕੋਈ ਫਰਕ ਰੱਖਿਆ ਕਿ ਸਾਰੇ ਜਾਨਵਰਾਂ ਨੂੰ ਇੱਕ ਹੀ ਖੁਰਾਕ ਦਿੰਦੇ? ਨਹੀਂ, ਅਸੀਂ ਕੋਈ ਫਰਕ ਨਹੀਂ ਰੱਖਿਆ। ਜਿਹੜਾ ਵੰਡਾ ਉਹ ਦੁੱਧ ਦੇਣ ਵਾਲੇ ਜਾਨਵਰਾਂ ਵਾਸਤੇ? ਸਾਰਿਆਂ ਨੂੰ ਅਸੀਂ ਪਾਉਂਦੇ ਇੱਕੋ ਜਿਹੇ। ਜਿਹੜੇ ਜਾਨਵਰ ਦੁੱਧ ਨਹੀਂ ਦਿੰਦੇ ਉਹਨਾਂ ਨੂੰ ਵੰਡਾ ਖਿਲਾਉਣ ਦਾ ਕੀ ਫਾਇਦਾ ਹੁੰਦਾ? ਉਹਨਾਂ ਨੂੰ ਵੰਡਾ ਖਿਲਾਉਣ ਦਾ ਉਹਨਾਂ ਦੀ ਸਿਹਤ ਚੰਗੀ ਹੁੰਦੀ ਹੈ। ਅੱਛਾ। ਉਹਨਾਂ ਦੀ ਸਿਹਤ ਤੋਂ ਫਿਰ ਅਗਲੇ ਸੂਏ ਦੁੱਧ ਚੰਗਾ ਦਿੰਦੀਆਂ ਨੇ ਮਈਆਂ। ਅੱਛਾ, ਯਾਨੀ ਉਹਨਾਂ ਦੀ ਸਿਹਤ ਚੰਗੀ ਹੁੰਦੀ ਹੈ। ਹਾਂਜੀ। ਠੀਕ ਹੈ। ਇਹ ਹਿਸਾਬ ਲਾਇਆ ਕਿ ਇੱਕ ਮੱਝ ਕਿੰਨਾ ਵੰਡਾ ਖਾਈ ਜਾਂਦੀ ਕਿ ਮਿਕਸ ਜਿਹੜਾ ਟੋਟਲ ਦਾ ਛੜਿਆ ਜੇ ਕਿ ਇੰਨਾ ਤੁਸੀਂ ਪਹਾੜ ਦੇ? ਨਹੀਂ ਨਹੀਂ, ਜਿਹੜੀ ਇੱਕ ਮੱਝ ਹੈ ਨਾ ਉਹ 5 ਕਿਲੋ ਵੰਡਾ ਪਾਈਏ ਨਾ ਤੇ ਉਹਦਾ ਗੁਜ਼ਾਰਾ ਹੋ ਜਾਂਦਾ। ਅੱਛਾ। 2.5 ਕਿਲੋ ਉਸ ਵੇਲੇ, 2.5 ਕਿਲੋ ਉਸ ਵੇਲੇ ਪਾਈਏ ਤੇ ਉਹਦਾ ਸਕੂਨ ਨਾਲ 8 ਪੈਰ ਵਕਤ ਲੰਘ ਜਾਂਦਾ। ਠੀਕ ਹੈ। ਤੁਸੀਂ ਮਾਸ਼ਾਅੱਲਾ ਗਾਵਾਂ ਵੀ ਰੱਖੀਆਂ ਨੇ, ਜ਼ਿਆਦਾ ਮੱਝਾਂ ਨੇ? ਹਾਂਜੀ। ਕੁਝ ਲੋਕ ਸਿਰਫ ਮੱਝਾਂ ਰੱਖਦੇ ਨੇ, ਤੁਸੀਂ ਗਾਵਾਂ ਵੀ ਰੱਖੀਆਂ ਨੇ, ਇਹਨਾਂ ਦਾ ਕੋਈ ਖਾਸ ਫਾਇਦਾ ਹੈ? ਗਾਈਆਂ ਦਾ ਖਾਸ ਫਾਇਦਾ ਕੀ ਫਾਇਦਾ ਹੁੰਦਾ ਗਾਈਆਂ ਦਾ? ਗਾਈਆਂ ਮੱਝਾਂ ਨਾਲ ਦੁੱਧ ਬਹੁਤਾ ਦਿੰਦੀਆਂ ਨੇ ਤੇ ਜਾ ਬਚਦੇ ਨੇ, ਜਾ ਮਰਦੇ ਨਹੀਂ। ਅੱਛਾ। ਇਹ ਫਾਇਦਾ। ਮੱਝਾਂ ਦੇ ਜਾ ਮਰ ਜਾਂਦੇ ਨੇ? ਮੱਝਾਂ ਦੇ ਜਾ ਜਿਹੜੇ ਨੂੰ ਮਰ ਜਾਂਦੇ। ਉਹ ਕੀ ਵਜ੍ਹਾ? ਹੁਣ ਨਹੀਂ ਉਹ ਨੁਕਸਾਨ ਹੁੰਦੇ, ਇਸ ਤੋਂ ਨਹੀਂ ਹੁੰਦੇ ਕਿ ਹੁਣ ਫੀਡਾਂ ਨਿਕਲ ਆਈਆਂ ਨੇ ਗਰਮ। ਪਹਿਲੋਂ ਬਾਦੀ ਨਾਲ ਹੀ ਜਾ ਮਰ ਮੁਰ ਜਾਂਦੇ ਸਨ ਇਹ ਮੱਝਾਂ ਦੇ। ਹਾਂਜੀ। ਠੀਕ ਹੋ ਗਿਆ। ਤੇ ਗਾਵਾਂ ਦਾ ਦੁੱਧ ਆਸਾਨੀ ਨਾਲ ਸੇਲ ਹੋ ਜਾਂਦਾ ਜੀ? ਆਸਾਨੀ ਨਾਲ ਸੇਲ ਹੋ ਜਾਂਦਾ। ਕੀ ਰੇਟ ਹੈ ਅੱਜ ਕੱਲ ਦੁੱਧ ਦਾ? ਅੱਜ ਕੱਲ 75 ਰੁਪਏ ਰੇਟ ਹੈ। ਇਹ ਗਾਂ ਦੇ ਦੁੱਧ ਦਾ? ਗਾਂ ਦੇ। ਤੇ ਮੱਝ ਦੇ ਦੁੱਧ ਦਾ? 100 ਰੁਪਏ। ਤੁਸੀਂ ਘਰਾਂ 'ਚ ਦੁੱਧ ਦਿੰਦੇ ਹੋ ਕਿ ਦੁੱਧ ਨੂੰ ਚੁਕਾ ਹਟਦੇ ਹੋ? ਕੋਈ ਬੰਦੇ ਨੂੰ ਦੁੱਧ ਦਿੰਦੇ ਅਸੀਂ ਦੁਕਾਨ ਤੇ। ਹਾਂਜੀ। ਠੀਕ ਹੋ ਗਿਆ। ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਇਸ ਟਾਈਮ ਸਾਡੇ 50 ਜਾਨਵਰ ਦੁੱਧ ਦਿੰਦੇ ਨੇ। 50 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ? 15 ਮਣ। 15 ਮਣ? ਹਾਂਜੀ। 15 ਚੌਕੇ 60 ਯਾਨੀ 600 ਕਿਲੋ। ਹਾਂਜੀ। ਸਰ ਜਿਹੜੇ 50 ਜਾਨਵਰ ਦੱਸੇ ਨੇ ਇਹਨਾਂ ਦਾ ਰੋਜ਼ਾਨਾ ਦਾ 600 ਕਿਲੋ ਦੁੱਧ ਯਾਨੀ ਐਵਰੇਜ ਇੱਕ ਜਾਨਵਰ 12 ਕਿਲੋ ਦੁੱਧ ਦੇ ਰਿਹਾ। ਮਾਸ਼ਾਅੱਲਾ ਅੱਛੀ ਐਵਰੇਜ ਹੈ। ਇਹਦੇ ਵਿੱਚ ਕਿੰਨੀਆਂ ਮੱਝਾਂ ਤੇ ਕਿੰਨੀਆਂ ਗਾਵਾਂ ਦੁੱਧ ਦੇ ਰਹੀਆਂ ਨੇ? ਇਹਦੇ 40 ਮੱਝਾਂ ਦਿੰਦੀਆਂ, 10 ਗਾਈਆਂ। 40 ਮੱਝਾਂ ਤੇ 10 ਗਾਈਆਂ। ਠੀਕ ਹੋ ਗਿਆ, ਜ਼ਬਰਦਸਤ। ਸਰ ਜਾਨਵਰਾਂ ਨੂੰ ਕੋਈ ਬਿਮਾਰੀ ਵਗੈਰਾ ਵੀ ਹੁੰਦੀ ਜੇ? ਨਹੀਂ, ਕੋਈ ਨਹੀਂ। ਕੋਈ ਨਹੀਂ? ਸਾੜੂ ਜਾਂ ਇਸ ਤੇ ਮਾਮੂਲੀ ਨੁਕਸਾਨ ਹੈ। ਸਾੜੂ ਦਾ ਕੋਈ ਦੇਸੀ ਇਲਾਜ ਹੈ? ਹੈ। ਕੀ ਕਰਦੇ ਹੋ ਦੇਸੀ? ਥੋਮ ਦੀ ਖੀਰ ਦੇ ਲਈਦੀ ਹੈ, ਪਾਣੀ ਦੇ ਲਈਦਾ, ਲੂਣ ਪਾ ਕੇ ਉਬਾਲ ਕੇ। ਅੱਛਾ। ਇਹ 2 ਬੜੇ ਨੇ। ਠੀਕ ਹੈ। ਸਾੜੂ ਵਾਸਤੇ ਜਿਹੜੇ ਜਾਨਵਰ ਗੱਭਣ ਹੁੰਦੇ ਨੇ ਉਹਨਾਂ ਦੀ ਕੋਈ ਖਾਸ ਸੇਵਾ ਜਾਂ ਇਹਤਿਆਤ ਵੀ ਕਰਨੀ ਪੈਂਦੀ? ਤੇਲ ਸ਼ੇਲ ਦੇਈਦਾ, ਘਿਓ ਦੇਈਦਾ, ਸੇਵਾ ਬੜੀ ਕਰਨੇ ਆ ਤਾਂ ਮੈਂ ਹੀ ਅਗਲੇ ਸੂਏ ਦੁੱਧ ਚੰਗਾ ਦਿੰਦੀ ਹੈ। ਇਹ ਕਿਹੜੇ ਮੌਸਮ ਵਿੱਚ ਤੇਲ ਦੇਣਾ ਤੇ ਕਿਹੜੇ ਮੌਸਮ 'ਚ ਘਿਓ ਦੇਣਾ? ਗਰਮੀ ਦੇ ਮੌਸਮ 'ਚ ਤੇਲ। ਅੱਛਾ। ਸਿਆਲ ਦੇ ਮੌਸਮ 'ਚ ਘਿਓ। ਤੇਲ ਕਿੰਜ ਦੇਣਾ? ਗਰਮ ਕਰਕੇ ਦੇਣਾ ਕਿ ਇੰਜ ਦੇ ਹੜਨਾ? ਠੰਡਾ ਤੇਲ ਦੇਣਾ, ਲੱਸੀ ਪਾ ਕੇ ਜਾਂ ਦਹੀਂ ਪਾ ਕੇ। ਠੰਡਾ ਤੇਲ? ਹਾਂਜੀ। ਗਰਮ ਕਰਨ ਤੋਂ ਬਾਅਦ ਕੀ ਇੰਜ? ਨਹੀਂ, ਗਰਮ ਕਰਨਾ ਹੀ ਨਹੀਂ ਤੇਲ ਨੂੰ। ਠੀਕ ਹੈ। ਸੂਨ ਤੋਂ ਕਿੰਨੀ ਦੇਰ ਪਹਿਲੇ ਦੇਣਾ ਤੇ ਕਿੰਨਾ ਦੇਣਾ? 15 ਦਿਨ ਪਹਿਲਾਂ ਦੇਈਦਾ। ਅੱਛਾ। 4 ਕਿਲੋ ਦੇ ਦੇਈਦਾ, 5 ਕਿਲੋ ਦੇ ਦੇਈਦਾ। ਠੀਕ ਹੈ। ਆਮ ਰੂਟੀਨ।
ਜਿਹੜੀ ਮੱਝ ਅਟਾ ਨਾ ਸੁੱਟੇ ਉਹਦਾ ਕੋਈ ਦੇਸੀ ਹੱਲ ਹੈ? ਕਿਹੜਾ? ਗੁੜ ਸੁੱਟ ਦੇਈਦਾ, ਸੁੱਟ ਦਿੰਦੀਆਂ ਨੇ। ਨਾ ਮਈਆਂ ਸੁੱਟਣ ਤੇ ਗੁੜ ਤੇ ਤੇਲ ਦੇਈਏ ਫਿਰ ਵੀ ਸੁੱਟ ਦਿੰਦੀਆਂ ਨੇ। ਅੱਛਾ। ਫਿਰ ਵੀ ਨਾ ਸੁੱਟਣ ਤੇ ਗਲਕੰਦ ਦੇ ਦੇਈਦੀ ਹੈ ਫਿਰ ਵੀ ਸੁੱਟ ਦਿੰਦੀਆਂ ਨੇ। ਅੱਛਾ, ਸੁੱਟ ਦਿੰਦੀਆਂ ਨੇ। ਹਾਂਜੀ, ਗਾਂ ਦਾ ਦੁੱਧ ਤੇ ਗਲਕੰਦ ਦੇਈਏ ਸੁੱਟ ਛੱਡਦੀਆਂ। ਠੀਕ ਹੈ। ਗਲਗੋਟੂ ਤੇ ਮੁਖਰ ਦਾ ਕੋਈ ਦੇਸੀ ਇਲਾਜ? ਦੇਸੀ ਇਲਾਜ ਦੋਵਾਂ ਦਾ ਹੀ ਕੋਈ ਨਹੀਂ ਕਦੀ ਕੀਤਾ। ਡਾਕਟਰ ਕੋਈ ਟੀਕੇ ਲਵਾਈ ਦੇ ਨੇ ਸਾਲ ਬਾਅਦ। ਕੋਈ ਨਹੀਂ, ਅੱਲਾ ਮਾਫੀ ਤੇ ਕਦੀ ਆਇਆ ਹੀ ਨਹੀਂ, ਨੁਕਸ ਹੀ ਨਹੀਂ ਆਇਆ। 40 ਸਾਲਾਂ ਤੋਂ ਸਾਨੂੰ ਇਹ ਪਰੇਸ਼ਾਨੀ ਕਦੀ ਨਹੀਂ ਆਈ। ਠੀਕ। ਅੱਛਾ ਅੰਕਲ ਜੀ, ਇਹ ਦੱਸੋ ਜਿਹੜੇ ਜਾਨਵਰਾਂ ਮੱਝਾਂ ਤੇ ਗਾਵਾਂ ਦੇ ਛੋਟੇ ਬੱਚੇ ਨੇ, ਹਾਂਜੀ, ਉਹਨਾਂ ਨੂੰ ਸੇਲ ਕਰਦੇ ਹੋ ਜਾਂ ਆਪੀ ਪਾਲ ਕੇ ਜਵਾਨ ਕਰਕੇ ਫਿਰ ਫਰੋਖਤ? ਅੱਗੇ ਤੇ ਸੇਲ ਕਰਦੇ ਹਾਂ ਤੇ ਹੁਣ ਦਿਹਾੜੇ ਦੀ ਉਰੇ ਤੇ ਦੇ ਛੱਡਨੇ ਲੋਕਾਂ ਨੂੰ। ਦਿਹਾੜੇ ਤੇ ਦੇ ਛੱਡਦੇ? ਹਾਂਜੀ। ਇਹ ਕੀ ਵਜ੍ਹਾ ਦਿਹਾੜੇ ਤੇ ਕਿਉਂ ਦੇ ਛੱਡਦੇ ਹੋ? ਉਹ ਲੋਕੀ ਮਾੜੇ ਲੋਕ ਸਾਂਭਦੇ ਨੇ, ਮੁੜ ਕੇ ਇੱਕ ਉਹ ਰੱਖ ਲੈਂਦੇ ਨੇ, ਕਹੀਂ ਰੱਖ ਲੈਂਦੇ ਆ। ਅੱਛਾ, ਯਾਨੀ ਆਦਤ ਤੇ? ਹਾਂਜੀ। ਤੇ ਜੇ ਇੱਕ ਹੀ ਜਾਨਵਰ ਹੋਏ ਤਾਂ ਉਹਦਾ ਫਿਰ ਕੀ ਕਰਦੇ ਹੋ? ਉਹ ਮੁੱਲ ਪਾ ਲੈਨੇ ਆ, ਜੇ ਉਹਨਾਂ ਨੂੰ ਚੰਗੀ ਲੱਗੇ ਉਹ ਰੱਖ ਲੈਂਦੇ ਨੇ, ਜੇ ਸਾਨੂੰ ਲੱਗੇ ਤੇ ਅਸੀਂ ਰੱਖ ਲੈਂਦੇ ਮੁੱਲ ਨਾਲ। ਠੀਕ ਹੈ। ਜ਼ਿਆਦਾ ਫਾਇਦਾ ਗਾਵਾਂ ਦੇ ਜਾਵਾਂ ਵਿੱਚ ਜਾਂ ਮੱਝਾਂ ਦੇ ਜਾਵਾਂ ਵਿੱਚ? ਗਾਵਾਂ ਦੇ। ਗਾਵਾਂ ਦੇ ਜੀ। ਠੀਕ ਹੈ। ਜਿਹੜੀ ਗਾਂ ਦੀ ਵੱਛੀ ਹੈ ਕਿੰਨੇ ਸਾਲ ਦੀ ਉਮਰ 'ਚ ਸੂਣ ਦੇ ਕਾਬਲ ਹੋ ਜਾਂਦੀ ਹੈ? 2 ਸਾਲਾਂ 'ਚ। ਤੇ ਜਿਹੜੀ ਕੱਟੀ ਹੈ ਉਹ 4 ਸਾਲਾਂ ਦੀ, 3 ਸਾਲਾਂ ਦੀ, 3 ਜਾਂ 4 ਸਾਲ ਦੀ? ਹਾਂਜੀ। ਇੱਥੇ 3-4 ਸਾਲਾਂ ਦੀ ਤੇ ਬਾਹਰ 'ਚ ਨਹੀਂ। ਜਿਹੜੀਆਂ ਇੱਥੋਂ ਬਾਹਰ 'ਚ ਘਾਲਨੇ ਆ ਉਹ 2.5 ਸਾਲਾਂ ਦੀਆਂ ਸੂ ਪੈਂਦੀਆਂ। ਅੱਛਾ, ਉਹ ਕੀ ਵਜ੍ਹਾ? ਬਾਹਰ ਵਾਲੇ ਕੋਈ ਖਾਸ? ਉਹ ਪਾਣੀ ਦਾ, ਬਸ ਪਾਣੀ ਦਾ ਫਰਕ ਹੈ। ਪਾਣੀ ਦਾ ਫਰਕ। ਅਗਰ ਕੋਈ ਇਹਨਾਂ ਦੀ ਖਾਸ ਸੇਵਾ ਕਰੀਏ ਫੇਰ ਵੀ ਕੋਈ ਫਰਕ ਪੈਂਦਾ? ਫੇਰ ਵੀ ਚਲੋ ਫੇਰ ਤੇ ਪੈਂਦਾ, ਬਾਕੀ ਨਹੀਂ ਪਾਣੀ ਦਾ ਬੜਾ ਅਸਰ ਹੈ। ਖਾਰਾ ਪਾਣੀ ਹੈ, ਖਾਰੇ ਪਾਣੀ ਤੋਂ ਜਿਹੜੀਆਂ ਗੱਬਣਾ ਛੇਤੀ ਲੱਗਦੀਆਂ ਨੇ। ਠੀਕ ਹੈ। ਅਗਰ ਕੋਈ ਭਾਈਆ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਸਜਰੀਆਂ ਸੂਈਆਂ ਮੱਝਾਂ ਲੈ, ਝੋਟੀਆਂ ਲੈ ਜਾਂ ਫੰਡਰ ਮੱਝਾਂ ਲੈ ਕੇ ਕੰਮ ਸ਼ੁਰੂ ਕਰੇ? ਝੋਟੀਆਂ ਲੈ। ਝੋਟੀਆਂ ਸੂਈਆਂ ਝੋਟੀਆਂ ਲੈ, ਉਹ ਫਾਇਦਾਮੰਦ ਹੈ? ਹਾਂਜੀ। ਠੀਕ ਹੈ। ਆਖਰੀ ਗੱਲ ਦੇ ਤੌਰ ਤੇ ਆ ਦੱਸੋ ਕਿ ਜਿਹੜੇ ਭਰਾ ਨੇ ਆ ਕੰਮ ਸ਼ੁਰੂ ਕਰਨਾ, ਉਹ ਤੁਹਾਡਾ ਉਹਨੂੰ ਕੀ ਮਸ਼ਵਰਾ ਹੈ? ਮੇਰਾ ਮਸ਼ਵਰਾ ਹੈ ਪੈਸੇ ਕੋਲ ਸੁਦੇ 10 ਮੱਝਾਂ ਲੈ। ਅੱਛਾ। ਲੈ ਕੇ ਕੰਮ ਸ਼ੁਰੂ ਕਰ ਲੈ ਤੇ ਇਨਸ਼ਾਅੱਲਾ ਉਹਨੂੰ ਠੀਕ ਹੋਏਗਾ। ਠੀਕ ਹੈ। ਤੁਹਾਡਾ ਸ਼ੈੱਡ ਵੇਖਣਾ ਪਿਆ, ਸ਼ੈੱਡ ਦੇ ਬਾਰੇ 'ਚ ਥੋੜਾ ਦੱਸ ਦਿਓ। ਇਹ ਜਿਹੜਾ ਤੁਹਾਡਾ ਸਾਹਮਣੇ ਸ਼ੈੱਡ ਹੈ, ਛੱਤ ਦੀ ਕੱਚੀ ਹੈ? ਪੱਕੀ ਹੈ। ਉਹ ਸਾਹਮਣੇ ਦੀ? ਹਾਂਜੀ। ਇਹ ਜਿਹੜਾ ਦੋਵਾਂ ਦੀ ਪੱਕੀ ਹੈ? ਠੀਕ ਹੈ। ਤੇ ਸ਼ੈੱਡ ਦੀ ਛੱਤ ਪੱਕੀ ਹੋਣੀ ਚਾਹੀਦੀ ਜਾਂ ਕੱਚੀ ਹੋਣੀ ਚਾਹੀਦੀ ਹੈ? ਪੱਕੀ ਹੋਣੀ ਚਾਹੀਦੀ ਕਿ ਚੋਵਾ ਪਏ ਤੇ ਡੰਗਰ ਪਏ ਮਰਨ, ਨੁਕਸਾਨ ਰਾਹ ਜਾਂਦਾ, ਨਾ ਜਾ ਬਚੇ ਤੇ ਨਾ ਘਰ ਮਾਂ ਨਾ ਜਾ ਕੇ ਸੌਈਏ। ਛੱਤ ਪੱਕਾ ਹੋਏ, ਚੋਣ ਦਾ ਨਹੀਂ ਡਰ, ਤੂੜੀ ਭਿੱਜਣ ਦਾ ਨਹੀਂ ਡਰ, ਕੋਈ ਖਤਰਾ ਨਹੀਂ, ਕੋਈ ਲੈਣੀ ਨਹੀਂ ਦੇਣੀ। ਤੇ ਗਰਮੀ ਵਿੱਚ ਕੋਈ ਇਹਨਾਂ ਨੂੰ ਹੀਟ ਅਪ ਨਹੀਂ ਹੁੰਦਾ? ਨਹੀਂ, ਗਰਮੀ 'ਚ ਅਸੀਂ ਤਲਾਜ ਬਾਲ ਛੱਡਨੇ ਆ। ਅੱਛਾ, ਤਲਾਅ ਵੀ ਬਣਾਇਆ? ਹਾਂਜੀ। ਤਲਾਅ ਜਿਹੜਾ ਉਹ ਕਿੰਨੇ ਏਰੀਏ 'ਚ ਵੇ? ਉਹ ਹੈ ਕੋਈ 8 ਮਰਲਿਆਂ 'ਚ। 8 ਮਰਲਿਆਂ 'ਚ ਤਲਾਅ ਦਾ ਹੋਣਾ ਜ਼ਰੂਰੀ ਹੈ ਫਾਰਮ ਵਾਸਤੇ? ਲਾਜ਼ਮੀ। ਤਲਾਅ ਤੋਂ ਬਗੈਰ ਦੁੱਧ ਹੀ ਨਹੀਂ ਚੰਗਾ ਦੇਣੀ। ਅੱਛਾ। ਹਾਂਜੀ। ਯਾਨੀ ਕਿ ਤਲਾਅ 'ਚ ਨਹਾਉਂਦੀਆਂ ਤੇ ਦੁੱਧ ਵੀ ਅੱਛਾ ਦੇਣਗੀਆਂ? ਦੁੱਧ ਬਹੁਤਾ ਦੇਣਗੀਆਂ। ਜਿਉਂ-ਜਿਉਂ ਗਰਮੀ ਵੱਧ ਪਏਗੀ ਤਲਾਅ 'ਚ ਨਹਾਉਣਗੀਆਂ, ਦੁੱਧ ਵੱਧ ਦੇਣਗੀਆਂ। ਠੀਕ ਹੈ ਜੀ ਅੰਕਲ ਜੀ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ। ਜਾਨਵਰਾਂ ਦੇ ਕਾਰੋਬਾਰ ਦੇ ਮੁਤਲਕ ਬੜੀ ਅੱਛੀ ਤੇ ਅਹਿਮ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼।